ਹਰਪ੍ਰੀਤ ਸਿੰਘ ਜਵੰਦਾ ਦੀਆਂ ਕਹਾਣੀਆਂ। ਪਹਿਲੀ ਕਹਾਣੀ। ਮਾਂ ਸ਼ੀਤਲ ਕੌਰ ਤੇ ਬਾਪ ਨਿਰਮਲ ਸਿੰਘ ਪਰ ਜਦੋਂ ਲੜ ਪੈਂਦੇ ਤਾਂ ਨਾਵਾਂ ਵਿਚਲੀ ਸ਼ੀਤਲਤਾ ਤੇ ਨਿਰਾਲਾਪਨ ਕਿਧਰੇ ਖੰਭ ਲਾ ਕੇ ਉੱਡ ਜਾਇਆ ਕਰਦਾ। ਨਿੱਕੀ ਗੱਲ ਤੋਂ ਸ਼ੁਰੂ ਹੁੰਦੀ ਫਿਰ ਕਿੰਨੀ ਦੂਰ ਤੱਕ ਅੱਪੜ ਜਾਇਆ ਕਰਦੀ। ਕਲੇਸ਼ ਦੀ ਵਜ੍ਹਾ ਕਦੀ ਖਰਚਾ ਬਣਦਾ, ਕਦੀ ਕਿਸੇ ਵੱਲੋਂ ਆਖੀ ਗੱਲ ਤੇ ਕਦੀ ਚਾਚਿਆਂ ਤਾਇਆਂ ਵੱਲੋਂ ਕੀਤਾ ਗਿਆ ਕੋਈ ਧੋਖਾ। ਕਦੀ ਡੈਡੀ ਸ਼ਰਾਬ ਪੀ ਕੇ ਆ ਵੜਦਾ ਤਾਂ ਮਿਲੇ ਘੱਟ ਦਾਜ ਨੂੰ ਲੈ ਕੇ ਮੇਰੇ ਨਾਨਕਿਆਂ ਨੂੰ ਬੁਰਾ ਭਲਾ ਆਖਣਾ ਸ਼ੁਰੂ ਕਰ ਦਿੰਦਾ। ਮਾਂ ਖਿੱਝਦੀ, ਪ੍ਰਤੀਕਰਮ ਵਜੋਂ ਫਿਰ ਉਹਦਾ ਗੁੱਸਾ ਆਪਣੇ ਸਹੁਰਿਆਂ ਤੇ ਨਿਕਲਦਾ। ਕੁਝ ਐਸੀਆਂ ਗੱਲਾਂ ਵੀ ਹੁੰਦੀਆਂ ਜਿਨ੍ਹਾਂ ਦਾ ਸਬੰਧ ਸਾਡੇ ਜਨਮ ਤੋਂ ਪਹਿਲਾਂ ਵਾਲੇ ਟਾਈਮ ਨਾਲ ਹੁੰਦਾ। ਮਾਂ ਵਿੱਚ ਹੀਣ ਭਾਵਨਾ ਵੀ ਬਹੁਤ ਜ਼ਿਆਦਾ ਸੀ। ਹਮੇਸ਼ਾ ਰੱਬ ਨੂੰ ਲਾਮੇ, ਗਿਲੇ, ਸ਼ਿਕਵੇ, ਆਹ ਨਹੀਂ ਮਿਲਿਆ, ਉਹ ਨਹੀਂ ਦਿੱਤਾ, ਇੱਦਾਂ ਨਹੀਂ ਹੋਇਆ, ਉੱਦਾਂ ਨਹੀਂ ਵਾਪਰਿਆ, ਫਲਾਣਾ ਸਾਥੋਂ ਅੱਗੇ ਲੰਘ ਗਿਆ। ਤੇ ਕਈ ਵਾਰ ਉਹਦੀ ਆਖੀ ਕਿਸੇ ਗੱਲ ਤੋਂ ਤੈਸ਼ ਵਿੱਚ ਆ ਕੇ ਡੈਡੀ ਆਪਣੇ ਭਰਾਵਾਂ ਨਾਲ ਜਾ ਲੜਦਾ। ਇੰਜ ਸਾਡੇ ਘਰ 'ਚ ਹਮੇਸ਼ਾ ਹੀ ਕੁਝ ਨਾ ਕੁਝ ਅਣਸੁਖਾਵਾਂ ਵਾਪਰਦਾ ਹੀ ਰਹਿੰਦਾ। ਫਿਰ ਮੈਂ 15 ਕੁ ਸਾਲ ਦੀ ਹੋਈ। ਸਰੀਰਕ ਤੇ ਮਾਨਸਿਕ ਪੱਧਰ ਤੇ ਕਿੰਨੀਆਂ ਸਾਰੀਆਂ ਤਬਦੀਲੀਆਂ ਵੀ ਆਈਆਂ। ਆਲੇ ਦੁਆਲੇ ਦੀ ਥੋੜ੍ਹੀ ਬਹੁਤ ਸਮਝ ਆਉਣੀ ਸ਼ੁਰੂ ਹੋ ਗਈ। ਕੁਝ ਲੋਕ ਜੋ ਹਮੇਸ਼ਾ ਸਾਡੇ ਘਰ 'ਚ ਲੜਾਈ ਝਗੜੇ ਦੀ ਵਜ੍ਹਾ ਬਣਿਆ ਕਰਦੇ ਮੈਨੂੰ ਬਿਲਕੁਲ ਵੀ ਚੰਗੇ ਨਾ ਲੱਗਦੇ। ਕੁਝ ਸੁਲ੍ਹਾ ਕਰਾਉਣ ਆਇਆਂ ਦਾ ਧਿਆਨ ਕਲੇਸ਼ ਵੱਲ ਘੱਟ ਤੇ ਮੇਰੇ ਵਜੂਦ ਵੱਲ ਜ਼ਿਆਦਾ ਹੁੰਦਾ। ਅਜੀਬ ਤਰ੍ਹਾਂ ਦੀ ਇਹ ਕੈਫੀਅਤ, ਮਾਨਸਿਕਤਾ ਤੇ ਹਾਸਾ ਮੈਨੂੰ ਹਰੇਕ ਨਾਲ ਨਫ਼ਰਤ ਜਿਹੀ ਹੋ ਗਈ। ਦੁਨੀਆ ਦਾ ਹਰ ਬੰਦਾ ਫਰੇਬੀ ਤੇ ਧੋਖੇਬਾਜ਼ ਲੱਗਦਾ। ਮੈਂ ਦਿਲ ਦੀ ਗੱਲ ਆਪਣੀ ਮਾਂ ਨੂੰ ਦੱਸ ਦਈ, ਪਰ ਉਹਨੂੰ ਸ਼ਾਇਦ ਮੇਰੀ ਗੱਲ ਨਾਲੋਂ ਆਪਸੀ ਲੜਾਈ ਵੱਲ ਧਿਆਨ ਦੇਣਾ ਜ਼ਿਆਦਾ ਬਿਹਤਰ ਲੱਗਦਾ। ਕਈ ਵਾਰ ਮਨ 'ਚ ਆਉਂਦਾ ਮੈਂ ਵਿਆਹ ਹੀ ਨਾ ਕਰਾਉਣਾ। ਗ੍ਰਸਤ ਜੀਵਨ ਪੁਆੜੇ ਦੀ ਜੜ। ਕਦੀ ਸੋਚਦੀ ਇਹਨਾਂ ਦੋਹਾਂ ਦੇ ਸੁਭਾਅ ਆਪਣੇ ਨਾਵਾਂ ਨਾਲੋਂ ਕਿੰਨੇ ਵੱਖਰੇ ਨੇ। ਸਹੇਲੀਆਂ ਨਾਲ ਦੁੱਖ ਸੁੱਖ ਫਰੋਲਦੀ, ਇੱਥੇ ਵੀ ਜ਼ਿਆਦਾਤਰ ਤਰਸ ਹਮਦਰਦੀ ਦੀ ਪਰਤ ਹੇਠਾਂ ਤਮਾਸ਼ਾ ਤੱਕਦੀ ਇੱਕ ਫਰੇਬੀ ਮਾਨਸਿਕਤਾ ਹੀ ਦਿਸਦੀ। ਫਿਰ ਇੱਕ ਦਿਨ ਉਹ ਮੇਰੀ ਜ਼ਿੰਦਗੀ 'ਚ ਆ ਹੀ ਗਿਆ। ਕਿਸਮਤ ਤੇ ਨਾਵਾਂ ਦੇ ਬੇਜੋੜ ਸੁਮੇਲ ਬਾਰੇ ਬਣੀ ਮੇਰੀ ਧਾਰਨਾ ਝੂਠੀ ਜੀ ਪੈ ਗਈ। ਮੇਰੀ ਜ਼ਿੰਦਗੀ ਦਾ ਵਹਿਣ ਇੱਕ ਬਿਲਕੁਲ ਹੀ ਵੱਖਰੇ ਅੰਦਾਜ਼ 'ਚ ਵੱਖਰੀ ਹੀ ਦਿਸ਼ਾ ਵੱਲ ਨੂੰ ਵਹਿ ਤੁਰਿਆ। ਉਹ ਸਿਰਫ ਨਾਮ ਦਾ ਹੀ ਸੁਖਚੈਨ ਸਿੰਘ ਨਹੀਂ ਸੀ, ਸਗੋਂ ਦੀ ਸੀਰਤ ਤੇ ਕਾਰ ਵਿਹਾਰ ਵਿੱਚੋਂ ਵੀ ਇੱਕ ਅਜੀਬ ਤਰ੍ਹਾਂ ਦੀ ਸ਼ੀਤਲਤਾ ਤੇ ਪਿਆਰ ਡੁੱਲ ਕੇ ਪੈਂਦਾ ਹੀ ਰਹਿੰਦਾ। ਬਿਨਾਂ ਜਵਾਰ ਭਾਟੇ ਦੇ ਸਮੁੰਦਰ ਵਾਂਗ ਸ਼ਾਂਤ ਤੇ ਦੁੱਖਾਂ ਦੇ ਕਿੰਨੇ ਸਾਰੇ ਦਰਿਆ ਚੁੱਪਚਾਪ ਆਪਣੇ ਵਜੂਦ ਵਿੱਚ ਸਮੋ ਲੈਣ ਦੀ ਸਮਰੱਥਾ। ਸੋ ਦੋਸਤੋ, ਖੁਦ ਨਾਲ ਹੋ ਰਹੇ ਅਨੇਕਾਂ ਧੋਖਿਆਂ ਤੇ ਦੁਨਿਆਵੀ ਕਰਮ ਕਾਂਡਾਂ ਦੇ ਬੇਹੁਦਾ ਤੇ ਆਪ ਹੁਦਰੇ ਵਰਤਾਰਿਆਂ ਤੋਂ ਡਰ ਕੇ ਜ਼ਿੰਦਗੀ ਦੀਆਂ ਰਾਹਾਂ ਤੇ ਅਕਸਰ ਹੀ ਬੰਦ ਮਿਲ ਜਾਂਦੇ ਕਿੰਨੇ ਸਾਰੇ ਦਰਵਾਜ਼ਿਆਂ ਨੂੰ ਖੋਲ੍ਹਣ ਤੋਂ ਕਦੀ ਵੀ ਡਰੋ, ਝਿਜਕੋ ਨਾ। ਹੋ ਸਕਦਾ ਹੈ ਇਸੇ ਤਰ੍ਹਾਂ ਹੀ ਕਿਸੇ ਬੰਦ ਪਏ ਦਰਵਾਜ਼ੇ ਮਗਰ ਖਲੋਤੇ ਕਿਸੇ ਸਾਫ਼ ਦਿਲ ਸੁਖਚੈਨ ਸਿੰਘ ਨੂੰ ਤੁਹਾਡੀ ਆਮਦ ਦਾ ਬੇਸਬਰੀ ਨਾਲ ਇੰਤਜ਼ਾਰ ਹੋਵੇ। ਧੰਨਵਾਦ। ਅਗਲੀ ਕਹਾਣੀ। ਕਸਮੈਲੇ ਜੇ ਕੱਪੜੇ ਪਾਈ ਸ਼ੋਰੂਮ 'ਚ ਤੁਰਿਆ ਫਿਰਦਾ ਸਰਵਣ ਸਿੰਘ ਇੰਜ ਲੱਗ ਰਿਹਾ ਸੀ ਜਿਵੇਂ ਜਨਰਲ ਟਿਕਟ ਵਾਲਾ ਕੋਈ ਹਮਾਤੜ ਗਲਤੀ ਨਾਲ ਰੇਲ ਦੇ ਏਸੀ ਡੱਬੇ 'ਚ ਆ ਵੜਿਆ ਹੋਵੇ। ਟਾਈਆਂ ਲਾਈ ਕੋਲੋਂ ਲੰਘਦੇ ਕਿੰਨੇ ਸਾਰੇ ਪਹਿਲਾਂ ਉਹਨੂੰ ਉੱਤੋਂ ਲੈ ਕੇ ਹੇਠਾਂ ਤੱਕ ਤੱਕਦੇ ਤੇ ਫਿਰ ਉਹਦੇ ਝੋਲੇ ਵੱਲ ਵੇਖ ਮੁਸਕੜੀਆਂ ਵਿੱਚ ਹੱਸਦੇ ਲੰਘ ਜਾਂਦੇ। ਘੜੀ ਕੋ ਮਗਰੋਂ ਫਾਈਲਾਂ ਚੱਕੀ ਇੱਕ ਸੇਲਸਮੈਨ ਕੋਲ ਆਇਆ ਤੇ ਆਖਣ ਲੱਗਾ, ਆਓ ਸਰਵਣ ਸਿੰਘ ਜੀ, ਥੋੜੇ ਪੇਪਰ ਵੇਖ ਲਈਏ। ਥੱਬਾ ਪੇਪਰਾਂ ਤੇ ਦਸਖਤ ਕਰਨ ਮਗਰੋਂ ਪੁੱਛਣ ਲੱਗਾ, ਡਿਲੀਵਰੀ ਕਦੋਂ ਤੇ ਕਿੱਥੇ ਚਾਹੀਦੀ ਹੈ? ਕੁਝ ਸੋਚ ਝੋਲੇ ਵਿੱਚੋਂ ਨੋਟਾਂ ਦੇ ਕਿੰਨੇ ਸਾਰੇ ਬੰਡਲ ਕੱਢ ਟੇਬਲ ਤੇ ਢੇਰੀ ਕਰਦਾ ਹੋਇਆ ਆਖਣ ਲੱਗਾ, ਜੀ 31 ਤਰੀਕ ਨੂੰ ਸ਼ਗਨ ਹੈ ਤੇ ਉਸੇ ਦਿਨ ਸਵੇਰੇ ਆ ਕੇ ਲੈ ਜਾਵਾਂਗਾ। ਸ਼ਾਇਦ ਸੋਚ ਰਿਹਾ ਸੀ ਕਿ ਜੇ ਪਹਿਲਾਂ ਲੈ ਗਿਆ ਤਾਂ ਘਰੇ ਆਟੋ ਖਿਲਾਰਨ ਜੋਗੀ ਤੇ ਥਾਂ ਹੀ ਨਹੀਂ ਬਚਣੀ, ਤੇ ਨਾਲ ਹੀ ਨਵੇਂ ਸਹੇੜੇ ਕੁੜਮ ਦੇ ਆਖੇ ਬੋਲ ਚੇਤੇ ਕਰ ਨੀਵੀਂ ਜੀ ਪਾ ਲਈ। ਆਖੇ, ਸਰਵਣ ਸਿਆ, ਸਾਨੂੰ ਹੋਰ ਤੇ ਕੁਛ ਨਹੀਂ ਚਾਹੀਦਾ, ਸਿਰਫ 500 ਬਰਾਤੀਆਂ ਦੀ ਚੰਗੀ ਸੇਵਾ ਹੋ ਜਾਏ। ਸ਼ਗਨ 'ਚ ਇੱਕ ਮੂੰਹ ਮੱਥੇ ਲੱਗਦੀ ਨਵੀਂ ਨਕੋਰ ਕਾਰ ਤੇ ਇੱਕ 56 ਇੰਚ TV ਮਿਲ ਜਾਏ, ਬਸ ਧੀ ਤਾਂ ਆਪਾਂ 3 ਕੱਪੜਿਆਂ 'ਚ ਹੀ ਲੈ ਜਾਣੀ ਹੈ। ਕਾਗਜ਼ੀ ਕਾਰਵਾਈ ਮੁਕਾ ਸਰਵਣ ਸਿੰਘ ਕਾਹਲੀ ਨਾਲ ਬਾਹਰ ਨਿਕਲਿਆ ਤੇ ਆਟੋ ਰਿਕਸ਼ਾ ਸਟਾਰਟ ਕਰ ਸਟੇਸ਼ਨ ਨੂੰ ਹੋ ਤੁਰਿਆ। ਸ਼ਾਇਦ ਬੰਬਿਓ ਆਉਂਦੀ ਫਰੰਟੀਅਰ ਮੇਲ ਦੀਆਂ ਸਵਾਰੀਆਂ ਚੁੱਕਣ ਦਾ ਟਾਈਮ ਹੋ ਗਿਆ ਸੀ। ਸਟੇਸ਼ਨ ਵੱਲ ਨੂੰ ਤੁਰਿਆ ਜਾਂਦਾ ਨਸੀਬ ਕੌਰ ਬਾਰੇ ਸੋਚੀ ਜਾ ਰਿਹਾ ਸੀ
ਤੇ ਕਿੰਨਾ ਜ਼ਰੂਰੀ ਹੁੰਦਾ ਇਹਨਾਂ ਮੌਕਿਆਂ ਤੇ ਧੀਆਂ ਦੀਆਂ ਜੰਮਦਾਤੀਆਂ ਦਾ ਜਿਉਂਦੇ ਹੋਣਾ। ਢੇਰ ਸਾਰੇ ਦੁੱਖ ਸੁੱਖ, ਅਕਲਾਂ, ਸਲਾਹਾਂ ਤੇ ਸਮਝਾਉਣ ਵਾਲੀਆਂ ਹੋਰ ਵੀ ਕਿੰਨੀਆਂ ਸਾਰੀਆਂ ਗੱਲਾਂ ਮੇਰੇ ਨਾਲ ਤੇ ਹੁਣ ਅੱਖਾਂ ਮਿਲਾਉਣ ਤੋਂ ਵੀ ਝੱਕਦੀ ਹੈ। ਦੂਜੇ ਪਾਸੇ ਸ਼ੋਰੂਮ 'ਚ ਸਰਵਣ ਸਿੰਘ ਨੂੰ ਕਾਰ ਵੇਚਣ ਵਾਲਾ ਮਹਿਤਾ ਸਾਹਿਬ ਸੇਲ ਹੋਣ ਤੇ ਵਧਾਈਆਂ ਮਿਲਣ ਦਾ ਸਿਲਸਿਲਾ ਨਿਰੰਤਰ ਜਾਰੀ ਸੀ। ਪਰ ਮਹਿਤਾ ਸਾਹਿਬ ਮਿਲਣ ਵਾਲੇ ਕਮਿਸ਼ਨ ਵਿੱਚੋਂ ਨਿੱਕੀ ਧੀ ਦੀ ਐਕਟਿਵਾ ਤੇ ਟਿਊਸ਼ਨ ਦੀ ਫੀਸ ਦੇ ਹੋਏ ਬੰਦੋਬਸਤ ਕਰਕੇ ਰੱਬ ਦਾ ਲੱਖ ਲੱਖ ਸ਼ੁਕਰਾਨਾ ਕਰ ਰਹੇ ਸਨ। ਮਜਬੂਰੀ ਵਸ ਪਏ ਦੋ ਇਨਸਾਨ ਅੱਜ ਜ਼ਿੰਦਗੀ ਦੇ ਸੰਘਰਸ਼ ਵਾਲੇ ਦੋ ਵੱਖੋ ਵੱਖ ਮੋਰਚਿਆਂ ਤੇ ਡਟੇ ਪਏ ਸਨ। ਇੱਕ ਸਧਾਰਨ ਕੱਪੜੇ ਪਾਈ ਸਟੇਸ਼ਨ ਦੇ ਬਾਹਰ ਖਲੋਤਾ ਸਵਾਰੀਆਂ ਉਡੀਕ ਰਿਹਾ ਸੀ ਤੇ ਦੂਜਾ ਟਾਈ ਲਾਈ ਸ਼ੋਰੂਮ ਦੇ ਗੇਟ ਤੇ ਕਾਰਾਂ ਦੇ ਗਾਹਕ। ਪਰ ਦੋਨਾਂ ਦੀ ਮੰਜ਼ਿਲ ਇੱਕੋ ਹੀ ਸੀ, ਅਖੀਰ ਨੂੰ ਬੇਗਾਨੀਆਂ ਹੋ ਜਾਣ ਵਾਲੀਆਂ ਵਿਹੜੇ ਖੇਡਦੀਆਂ ਰੌਣਕਾਂ ਦਾ ਸੁਨਹਿਰੀ ਭਵਿੱਖ। ਪਰ ਅਜੋਕੀ ਪਦਾਰਥਵਾਦ ਦੀ ਵਗਦੀ ਇੱਕ ਤੇਜ਼ ਹਨੇਰੀ ਦੀ ਬੇਰਹਿਮ ਤਰਾਸਦੀ ਇੰਨਾ ਕੁਝ ਕਰਨ ਮਗਰੋਂ ਵੀ ਇਹ ਸੁਨਹਿਰੀ ਭਵਿੱਖ ਸ਼ਾਇਦ ਵਿਰਲਿਆਂ ਟਾਵਿਆਂ ਦੀਆਂ ਧੀਆਂ ਨੂੰ ਹੀ ਨਸੀਬ ਹੁੰਦਾ ਹੈ। ਪਰ ਇਸ ਜੱਗ 'ਚ ਵਿਚਰਦੇ ਕਿੰਨੇ ਸਾਰੇ ਸਰਵਣ ਸਿੰਘ, ਉਹ ਤਾਂ ਰੱਬ ਨੇ ਬਣਾਈ ਸੰਘਰਸ਼ਾਂ ਵਾਸਤੇ ਹੁੰਦੇ ਨੇ। ਜੰਮਣ ਤੋਂ ਲੈ ਕੇ ਕਬਰਾਂ 'ਚ ਪੈਣ ਤੀਕਰ, ਲਗਾਤਾਰ ਬਿਨਾਂ ਥੱਕੇ ਹਾਰੇ, ਸਵੇਰ ਤੋਂ ਲੈ ਕੇ ਆਥਣ ਵੇਲੇ ਤੱਕ। ਧੰਨਵਾਦ। ਅਗਲੀ ਕਹਾਣੀ। ਅੰਮ੍ਰਿਤਸਰ ਰਣਜੀਤ ਐਵੀਨਿਊ ਵਾਲਾ ਘਰ। ਪਿਤਾ ਜੀ ਦੇ 4-5 ਪੱਕੇ ਦੋਸਤ ਜੱਸਲ, ਭੰਗੂ, ਖਹਿਰਾ ਤੇ ਸੁਖਵਿੰਦਰ ਸਿੰਘ ਜੀ ਸਾਰਿਆਂ ਨੂੰ ਧੁੱਪੇ ਬੈਠ ਘੰਟਿਆਂ ਬੱਧੀ ਗੱਲਾਂ ਕਰਦੇ ਵੇਖ ਖਿਆਲ ਆਉਣਾ ਕਿ ਸ਼ਾਇਦ ਇਹ ਮਹਿਫਿਲਾਂ ਸਦੀਵੀਂ ਹੀ ਲੱਗਦੀਆਂ ਰਹਿਣਗੀਆਂ। ਸਭ ਤੋਂ ਪਹਿਲਾਂ ਜੱਸਲ ਅੰਕਲ ਦੀਆਂ ਕਿਡਨੀਆਂ ਫੇਲ ਹੋ ਗਈਆਂ। ਮੁੜ ਕੈਨੇਡਾ ਗਏ ਸੁਖਵਿੰਦਰ ਸਿੰਘ ਜੀ ਨੂੰ ਦਿਲ ਦਾ ਦੌਰਾ ਮਾਰੂ ਸਾਬਤ ਹੋਇਆ। ਸੰਨ 15 'ਚ ਆਪਣੇ ਵਾਲੇ ਚਾਲੇ ਪਾ ਗਏ ਤੇ ਫਿਰ ਭੰਗੂ ਅੰਕਲ ਦੀ ਵਾਰੀ ਆ ਗਈ ਤੇ ਅੱਜ ਪਤਾ ਲੱਗਾ ਕਿ ਖਹਿਰਾ ਸਾਹਿਬ ਵੀ ਕੈਂਸਰ ਦੀ ਭੇਟ ਚੜ ਗਏ ਵੀ ਸਾਰੇ 70-75 ਦੇ ਗੇੜ ਵਿੱਚ ਹੀ। ਭਰਿਆ ਮੇਲਾ ਏਡੀ ਛੇਤੀ ਉੱਜੜ ਜਾਏਗਾ ਕਦੀ ਸੋਚਿਆ ਵੀ ਨਹੀਂ ਸੀ। ਫਿਰ ਆਪਣਾ ਖੁਦ ਦਾ ਹਿਸਾਬ ਕਿਤਾਬ ਲਾਉਂਦਿਆਂ ਬਟਾਲੇ ਵਾਲੇ ਸ਼ਿਵ ਦੀ ਇਹ ਰਚਨਾ ਯਾਦ ਆ ਗਈ। ਕਿੰਨੀ ਬੀਤੀ ਤੇ ਕਿੰਨੀ ਬਾਕੀ ਏ, ਮੈਨੂੰ ਇਹੋ ਹਿਸਾਬ ਲੈ ਬੈਠਾ। ਕੁਝ ਲੋਕ ਅਕਸਰ ਹੀ ਆਖ ਦਿਆ ਕਰਦੇ ਨੇ ਕਿ ਦੇਖ ਫਲਾਣਾ ਤਾਂ ਇੱਥੋਂ ਮਗਰੋਂ ਆ ਕੇ ਕਿੰਨਾ ਅੱਗੇ ਨਿਕਲ ਗਿਆ, ਤੂੰ ਵੀ ਫੜ ਸਪੀਡ ਕਰ ਕੋਈ ਖੜਕਾ ਦੜਕਾ। ਅੱਗੋਂ ਮੇਰਾ ਅਕਸਰ ਹੀ ਇਹੀ ਜਵਾਬ ਹੁੰਦਾ ਕਿ ਦੋਸਤਾ ਹਾਈਵੇ ਤੇ ਤੁਰੇ ਜਾਂਦਿਆਂ ਮੈਨੂੰ ਅਕਸਰ ਹੀ ਕਈ ਵਹੀਕਲ ਓਵਰਟੇਕ ਕਰਦੇ ਹੀ ਰਹਿੰਦੇ ਨੇ। ਹਰੇਕ ਦੀ ਆਪਣੀ ਸਪੀਡ ਤੇ ਆਪਣੀ ਸਮਰੱਥਾ ਹੁੰਦੀ ਏ। ਹੁਣ ਹਰੇਕ ਨਾਲ ਤਾਂ ਰੇਸ ਨਹੀਂ ਲਾਈ ਜਾ ਸਕਦੀ ਤੇ ਜੇ 100 ਕਿਲੋਮੀਟਰ ਦੀ ਸਪੀਡ ਤੇ ਚੰਗੀ ਭਲੀ ਤੁਰੀ ਜਾਂਦੀ ਆਪਣੀ ਨੂੰ ਦੂਜੇ ਵੱਲ ਵੇਖ 130 ਤੇ ਲੈ ਜਾਵਾਂਗਾ ਤਾਂ ਪੱਕੀ ਗੱਲ ਏ ਕਿ ਥੋੜੀ ਦੂਰ ਜਾ ਕੇ ਜਵਾਬ ਦੇ ਜਾਊ। ਫਿਰ ਜਿੰਨੀਆਂ ਵੀ ਪਿਛਾਂ ਛੱਡੀਆਂ ਹੋਣਗੀਆਂ ਉਹ ਆਪਣੇ ਤੋਂ ਅੱਗੇ ਲੰਘਦੀਆਂ ਦੇਖ ਜ਼ਿਆਦਾ ਦੁੱਖ ਤੇ ਸ਼ਰਮਿੰਦਗੀ ਹੋਏਗੀ। ਭਾਵੇਂ ਰਫ਼ਤਾਰ ਘੱਟ ਹੀ ਸਹੀ, ਪਰ ਆਪਣੇ ਕੋਲ ਆਸ-ਪਾਸ ਤੋਂ ਲੰਘਦੇ ਕੀਮਤੀ ਕੁਦਰਤੀ ਨਜ਼ਾਰਿਆਂ ਨੂੰ ਵੇਖਣ ਲਈ ਘੱਟੋ ਘੱਟ ਖੁੱਲ੍ਹਾ ਟਾਈਮ ਤਾਂ ਹੈ। ਦੋਸਤੋ ਗੌਰ ਕਰਿਓ, ਸਾਡੇ ਆਸੇ-ਪਾਸੇ ਵੀ ਅੰਨੀਆਂ ਦੌੜਾਂ ਦੀ ਸੁਨਾਮੀ ਆਈ ਪਈ ਏ। ਹਾਏ ਉਹ ਅੱਗੇ ਕਿੱਦਾਂ ਲੰਘ ਗਿਆ, ਮੈਂ ਪਿੱਛੇ ਕਿਉਂ ਰਹਿ ਗਿਆ, ਫਲਾਣੇ ਦੀ ਸਿਲੈਕਸ਼ਨ ਕਿਉਂ ਹੋ ਗਈ, ਉਹਨੇ ਕੁੜੀ ਦੇ ਵਿਆਹ ਤੇ 25 ਲੱਖ ਕਿੱਦਾਂ ਖਰਚ ਦਿੱਤਾ, ਮੇਰਾ ਵੀਜ਼ਾ ਕਿਉਂ ਨਹੀਂ ਲੱਗਾ, ਦੂਜੇ ਦਾ ਕਿਉਂ ਲੱਗ ਗਿਆ। ਬਸ ਇਹੀ ਸਭ ਕੁਝ ਨੇ ਦਿਨੇ ਰਾਤ ਗਧੀ ਗੇੜ 'ਚ ਪਾ ਰੱਖਿਆ। ਜੇ ਬੇਫਿਕਰ ਹੋ ਕੇ ਕੋਈ ਆਪਣੀ ਤੋਰੇ ਤੁਰੀ ਵੀ ਜਾਂਦਾ ਹੈ ਤਾਂ ਚੋਭਾ ਲਾਉਣ ਵਾਲੇ ਅਕਸਰ ਹੀ ਕੋਲੋਂ ਲੰਘਦੇ ਹੁੱਜਾ ਮਾਰ ਹੀ ਜਾਂਦੇ ਕਿ ਓਏ ਢਿੱਲਿਆ ਆਪਣੀ ਸਪੀਡ ਕਿਉਂ ਨਹੀਂ ਵਧਾਉਂਦਾ। ਤੇ ਫਿਰ ਕਿਸੇ ਦੀ ਚੁੱਕ ਚਾ ਕੇ ਵਧਾਈ ਸਪੀਡ ਤੇ ਜਦੋਂ ਹਾਦਸਾ ਵਾਪਰ ਜਾਂਦਾ ਹੈ ਫਿਰ ਉਹੀ ਤਮਾਸ਼ਬੀਨ ਯੂ ਟਰਨ ਮਾਰ ਟਿਚਰਾਂ ਕਰ ਜੀਣਾ ਹਰਾਮ ਕਰ ਦੇਣਗੇ। ਓਏ ਦੇਖ ਲਿਆਈ ਸਵਾਦ ਰੇਸਾਂ ਲਾਉਣ ਦਾ। ਇੱਕ ਗੋਰੀ 15 ਸਾਲ ਪਹਿਲਾਂ ਸਭ ਤੋਂ ਜ਼ਿਆਦਾ ਘਰ ਵੇਚਿਆ ਕਰਦੀ ਸੀ, ਹਮੇਸ਼ਾ ਨੰਬਰ 1। ਕਿਸੇ ਹੋਰ ਨੇ ਪਿੱਛੇ ਛੱਡ ਜਾਣਾ ਤਾਂ ਡਿਪਰੈਸ਼ਨ ਸਟ੍ਰੈਸ ਹੋ ਜਾਣਾ, ਫਿਰ ਵਿੱਤੋਂ ਵੱਧ ਹੋਰ ਜ਼ੋਰ ਲਾਉਣਾ। ਇੱਕ ਦਿਨ ਇਸੇ ਚੱਕਰ 'ਚ ਨਰਵਸ ਬ੍ਰੇਕਡਾਊਨ ਹੋ ਗਿਆ ਤੇ ਕਹਾਣੀ ਦਾ ਦੀ ਐਂਡ ਹੋ ਗਿਆ। ਅਕਸਰ ਆਖ ਦਿੱਤਾ ਜਾਂਦਾ ਹੈ ਕਿ ਜ਼ਿੰਦਗੀ ਕਿੰਨੀ ਛੋਟੀ ਏ, ਪਰ ਅਸਲੀਅਤ ਇਹ ਹੈ ਕਿ ਰੇਸਾਂ 'ਚ ਰੁੱਝਿਆਂ ਹੋਇਆਂ ਨੂੰ ਜਿਉਣਾ
ਹੀ ਉਦੋਂ ਆਉਂਦਾ ਹੈ ਜਦੋਂ ਆਖਰੀ ਸਟੇਸ਼ਨ ਆਉਣ ਵਾਲਾ ਹੁੰਦਾ ਹੈ। ਧੰਨਵਾਦ। ਅਗਲੀ ਕਹਾਣੀ। ਸਿੱਖਿਆ ਵਿਭਾਗ ਵਿੱਚੋਂ ਅਫਸਰ ਰਿਟਾਇਰ ਹੋਏ ਪਾਪਾ ਜੀ ਦੇ ਸੁਭਾਅ ਵਿੱਚ ਅਧਰੰਗ ਦੇ ਦੌਰੇ ਮਗਰੋਂ ਕਿੰਨਾ ਬਦਲਾਅ ਆ ਗਿਆ ਸੀ। ਹੱਡੀਆਂ ਦੀ ਮੁੱਠ ਬਣ ਗਏ। ਉਹ ਕਿੰਨੇ ਸਾਰੇ ਸਵਾਲ ਬਾਰ-ਬਾਰ ਪੁੱਛਦੇ ਰਹਿੰਦੇ। ਦਫ਼ਤਰ ਦੀਆਂ ਟੈਨਸ਼ਨਾਂ ਤੇ ਪ੍ਰਮੋਸ਼ਨ ਦੀ ਦੌੜ, ਕਈ ਵਾਰ ਥੱਕਿਆ ਟੁੱਟਿਆ ਆਇਆ ਉਹਨਾਂ ਤੇ ਖਿਝ ਵੀ ਜਾਇਆ ਕਰਦਾ। ਉਹ ਅੱਗੋਂ ਚੁੱਪ ਜੇ ਕਰ ਗੁਟਕਾ ਫੜ ਪਾਠ ਕਰਨ ਲੱਗ ਜਾਂਦੇ। ਫਿਰ ਕਿੰਨੀ ਦੇਰ ਨਜ਼ਰ ਨਾ ਮਿਲਾਉਂਦੇ। ਮੈਨੂੰ ਗਲਤੀ ਦਾ ਅਹਿਸਾਸ ਹੁੰਦਾ ਤੇ ਮੈਂ ਕਿੰਨਾ ਚਿਰ ਕੋਲ ਬੈਠ ਗੱਲਾਂ ਕਰਦਾ ਰਹਿੰਦਾ। ਫਿਰ ਉਹਨਾਂ ਦੀ ਟਹਿਲ ਪਾਣੀ ਲਈ ਇੱਕ ਮੁੰਡਾ ਰੱਖ ਲਿਆ। ਉਹੀ ਕੱਪੜੇ ਬਦਲਦਾ, ਮੂੰਹ ਧਵਾ, ਸਿਰ ਤੇ ਪਰਨਾ ਬੰਨ੍ਹਦਾ ਤੇ ਰੋਟੀ ਪਾਣੀ ਤੇ ਦਵਾਈਆਂ ਦਾ ਖਿਆਲ ਵੀ ਰੱਖਦਾ। ਇੱਕ ਵਾਰ ਉਹਨੇ 3 ਦਿਨ ਦੀ ਛੁੱਟੀ ਮਾਰ ਲਈ। ਸਾਰੇ ਕੰਮ ਮੈਨੂੰ ਕਰਨੇ ਪਏ। ਮੈਂ ਟਾਈਮ ਕੱਢ 1-2 ਵਾਰ ਘਰੇ ਆ ਜਾਂਦਾ। ਇੱਕ ਦਿਨ ਪਜਾਮਾ ਕੁੜਤਾ ਲੱਭਦੇ ਹੋਏ ਨੂੰ ਪੁਰਾਣੀ ਐਲਬਮ ਦਿਸ ਪਈ। ਵਰਕੇ ਫਰੋਲਦਾ ਹੋਇਆ ਬਚਪਨ ਚੱਪੜ ਗਿਆ। ਇੱਕ ਫੋਟੋ 'ਚ ਪਾਪਾ ਘੋੜਾ ਬਣੇ ਹੋਏ ਸਨ ਤੇ ਮੈਂ ਉਹਨਾਂ ਦੀ ਪਿੱਠ ਤੇ ਚੜਿਆ ਹੱਸ ਰਿਹਾ ਸੀ। ਇੱਕ ਉਦੋਂ ਦੀ ਸੀ ਜਦੋਂ ਪਹਿਲੀ ਵਾਰ ਸਾਈਕਲ ਦੀ ਜਾਂਚ ਸਿੱਖੀ। ਉਹਨਾਂ ਸਾਈਕਲ ਮਗਰੋਂ ਘੁੱਟ ਕੇ ਫੜਿਆ ਹੋਇਆ ਸੀ। ਇੱਕ ਵਿੱਚ ਦੀਵਾਲੀ ਪਟਾਕਿਆਂ ਦਾ ਢੇਰ ਤੇ ਕਿੰਨੇ ਕਿਸਮ ਦੀ ਮਠਿਆਈ ਤੇ ਹੋਰ ਵੀ ਕਿੰਨਾ ਕੁਝ। ਇੱਕ ਹੋਰ ਵਿੱਚ ਗੋਡੇ ਤੇ ਲੱਗੀ ਸੱਟ ਤੇ ਪੱਟੀ ਬੰਨ੍ਹਦੇ ਹੋਏ ਤੇ ਇੱਕ ਵਿੱਚ ਮੈਨੂੰ ਰੋਂਦੇ ਹੋਏ ਨੂੰ ਆਪਣੀ ਬੁੱਕਲ 'ਚ ਲੈ ਕੇ ਚੁੱਪ ਕਰਵਾ ਰਹੇ ਸਨ। ਇੱਕ ਹੋਰ 'ਚ ਮੈਨੂੰ ਪਹਾੜੀ ਚੜ੍ਹਦੇ ਹੋਏ ਆਪਣੇ ਕੰਧਾੜੇ ਚੜਾਇਆ ਹੋਇਆ ਸੀ। ਤਸਵੀਰਾਂ ਬਣ ਚਾਰੇ ਪਾਸੇ ਖਿਲਰ ਗਿਆ ਬਚਪਨ ਵੇਖ ਮੈਂ ਸੁੰਨ ਜਿਹਾ ਹੋ ਗਿਆ। ਸੋਚਣ ਲੱਗਾ ਕਿੰਨੇ ਸੋਹਣੇ ਹੁੰਦੇ ਸਨ ਪਾਪਾ ਜੀ। ਮੋਟੇ-ਮੋਟੇ ਡੌਲੇ, ਮੋਟੀਆਂ-ਮੋਟੀਆਂ ਪਿੰਨੀਆਂ ਤੇ ਉੱਚਾ ਲੰਮਾ ਕੱਦ। ਜਦੋਂ ਵੀ ਦਾਰਾ ਸਿੰਘ ਦੀ ਫਿਲਮ ਆਉਂਦੀ ਤਾਂ ਧਿਆਨ ਕੋਲ ਬੈਠੇ ਪਾਪਾ ਜੀ ਵੱਲ ਚਲਿਆ ਜਾਂਦਾ। ਉਹ ਮੈਨੂੰ ਦੁਨੀਆ ਦੀ ਸਭ ਤੋਂ ਤਾਕਤਵਰ ਇਨਸਾਨ ਜਾਪਦੇ। ਸੋਚਾਂ ਦੀ ਘੁੰਮਣ ਘੇਰੀ ਵਿੱਚੋਂ ਨਿਕਲ ਛੇਤੀ ਨਾਲ ਵਾਪਸ ਕਮਰੇ 'ਚ ਆਇਆ ਤਾਂ ਥੋੜੀ ਮੁਸ਼ਕ ਜੀ ਆਈ। ਉਹ ਬਿਸਤਰੇ 'ਚੋਂ ਬਾਹਰ ਆਉਣ ਦੀ ਨਾਕਾਮ ਕੋਸ਼ਿਸ਼ 'ਚ ਲੱਗੇ ਹੋਏ ਸਨ। ਸ਼ਾਇਦ ਪਿਸ਼ਾਬ ਨਿਕਲ ਗਿਆ ਸੀ। ਮੈਨੂੰ ਵੇਖ ਸਹਿਮ ਗਏ ਤੇ ਨਜ਼ਰਾਂ ਬਚਾਉਂਦੇ ਹੋਏ ਹੋਰ ਜ਼ਿਆਦਾ ਕੋਸ਼ਿਸ਼ ਕਰਨ ਲੱਗੇ, ਪਰ ਕਮਜ਼ੋਰ ਸਰੀਰ ਸਾਥ ਨਹੀਂ ਸੀ ਦੇ ਰਿਹਾ। ਮੈਂ ਦੌੜ ਕੇ ਜੱਫੀ ਪਾ ਲਈ ਤੇ ਆਖਣ ਲੱਗਾ, ਫਿਕਰ ਨਾ ਕਰੋ, ਹੁਣੇ ਸਭ ਕੁਝ ਬਦਲ ਦੇਣਾ। ਬੇਬਸ ਹੋ ਗਿਆ ਦਾ ਰੋਣ ਨਿਕਲ ਗਿਆ ਤੇ ਆਖਣ ਲੱਗੇ, ਨਹੀਂ ਤੂੰ ਕਿੱਦਾਂ ਕਰੇਂਗਾ, ਮੈਂ ਆਪੇ ਕਰ ਲੈਣਾ। ਕਿਉਂ ਨਹੀਂ? ਤੁਸੀਂ ਵੀ ਤਾਂ ਕਰਿਆ ਕਰਦੇ ਸੋ ਜਦੋਂ ਮੈਂ ਨਿੱਕਾ ਹੁੰਦਾ ਸੀ ਤੇ ਉਦੋਂ ਮੈਂ ਤੁਹਾਡਾ ਬੇਟਾ ਸਾਂ ਤੇ ਹੁਣ ਤੁਸੀਂ ਮੇਰੇ। ਗਿੱਲੀ ਹੋ ਗਈ ਚਾਦਰ ਬਦਲਦੇ ਹੋਏ ਨੂੰ ਇਸ ਸਵੇਰ ਮੁਸ਼ਕ ਬਿਲਕੁਲ ਵੀ ਨਾ ਆਈ। ਸਗੋਂ ਇੰਝ ਮਹਿਸੂਸ ਹੋਇਆ ਜਿੱਦਾਂ ਉਸ ਦਾਰਾ ਸਿੰਘ ਦੇ ਮੋਢਿਆਂ ਤੇ ਚੜ ਬੇਸ਼ੁਮਾਰ ਮੌਜਾਂ ਮਾਣ ਰਿਹਾ ਹੋਵਾਂ, ਜਿਹਨੂੰ ਮੇਰੇ ਨਿਕਲ ਗਏ ਪਿਸ਼ਾਬ ਨਾਲ ਗਿੱਲੀ ਹੋ ਗਈ ਆਪਣੀ ਬਨੈਣ ਬਦਲਣ ਨਾਲੋਂ ਇਸ ਗੱਲ ਦਾ ਫਿਕਰ ਵਧੇਰੇ ਹੁੰਦਾ ਕਿ ਇੱਕ ਸੋਹਣੇ ਮੁਖੜੇ ਤੇ ਪਸਰ ਗਏ ਕੀਮਤੀ ਜਿਹੇ ਹਾਸੇ ਦੀ ਮੁਨਿਆਦ ਕਿਧਰੇ ਘੱਟ ਹੀ ਨਾ ਹੋ ਜਾਏ। ਕਦੇ ਨਾ ਥੱਕਣ ਵਾਲਾ, ਮੋਟੇ ਡੋਲਿਆਂ ਵਾਲਾ ਦਾਰਾ ਸਿੰਘ। ਧੰਨਵਾਦ। ਅਗਲੀ ਕਹਾਣੀ। ਕਲਾ ਕਲੇਸ਼ ਤੇ ਸਤਾਏ ਹੋਏ ਨੇ ਕੋਲੋਂ ਲੰਘਦੀ ਰੇਹੜੀ ਤੋਂ ਸਬਜ਼ੀ ਤੁਲਵਾ ਲਈ ਤੇ 10 ਦੇ 3 ਨੋਟ ਰੇਹੜੀ ਵਾਲੇ ਨੂੰ ਫੜਾ ਦਿੱਤੇ ਤੇ ਬਕਾਏ ਦੇ 6 ਰੁਪਏ ਉਡੀਕਣ ਲੱਗਾ। ਰੇਹੜੀ ਵਾਲੇ ਨੇ ਸਾਰੇ ਬੋਝੇ ਫਰੋਲ ਮਾਰੇ ਪਰ ਬਕਾਇਆ ਨਾ ਲੱਭਾ ਤਾਂ ਕੋਲ ਪਿਆ ਫੁੱਲਾਂ ਦਾ ਗੁਲਦਸਤਾ ਉਹਨੂੰ ਫੜਾਉਂਦਾ ਹੋਇਆ ਆਖਣ ਲੱਗਾ ਕਿ ਬਕਾਏ ਦੇ ਬਦਲੇ ਅੱਜ ਹੀ ਲੈ ਜਾਓ ਤੇ ਜੇ ਚੰਗਾ ਨਾ ਲੱਗੇ ਤਾਂ ਕੱਲ ਮੋੜ ਲਿਆਇਓ ਤੇ ਆਪਣੇ ਬਕਾਏ ਦੇ 6 ਰੁਪਏ ਲੈ ਜਾਇਓ। ਵੈਸੇ ਫੁੱਲ ਹੈ ਬੜੇ ਕਰਮਾਂ ਵਾਲੇ, ਬਾਗਦੇ ਨੇ, ਵਾਵਾ ਸਾਰੇ ਲੈ ਗਏ ਨੇ ਪਰ ਹੁਣ ਤੱਕ ਕੋਈ ਵੀ ਮੋੜਨ ਨਹੀਂ ਆਇਆ। ਲੈ ਜਾਓ, ਯਾਦ ਕਰੋਗੇ। ਵਾਪਸ ਮੁੜ ਘਰ ਅੰਦਰ ਵੜਿਆ ਤੇ ਸਾਰਾ ਕੁਝ ਰਸੋਈ 'ਚ ਰੱਖ ਬਾਰੀ ਕੋਲ ਠੰਡੀ ਹਵਾ ਅੱਗੇ ਬੈਠ ਗਿਆ ਤੇ ਥੋੜੀ ਦੇਰ ਮਗਰੋਂ ਹੀ ਉਹਨੂੰ ਉੱਥੇ ਪਏ ਨੂੰ ਗੂੜੀ ਨੀਂਦਰ ਆ ਗਈ। ਜਦੋਂ ਜਾਗ ਆਈ ਕਿ ਚੌਂਕੇ ਵਿੱਚੋਂ ਨਿੰਮਾ ਗਾਉਂਦੀ ਹੋਈ ਨਾਲਦੀ ਦੀ ਆਵਾਜ਼ ਸੁਣ ਹੈਰਾਨ ਜਿਹਾ ਰਹਿ ਗਿਆ। ਸੋਚਣ ਲੱਗਾ ਕਿੱਥੇ ਅੱਗੇ ਸਾਰਾ ਦਿਨ ਕਿਸੇ ਨਾ ਕਿਸੇ ਗੱਲੋਂ ਗਾਲਾਂ ਤੇ ਕੌੜੇ ਬੋਲ ਤੇ ਕਿੱਥੇ ਅੱਜ ਐਡੀ ਸੋਹਣੀ ਆਵਾਜ਼ ਦਾ ਹਵਾ ਦਾ ਬੁੱਲਾ ਛੇਤੀ ਨਾਲ ਰਸੋਈ ਵੱਲ ਨੂੰ ਹੋ ਤੁਰਿਆ ਤਾਂ ਕੀ ਦੇਖਦਾ ਹੈ, ਨਾਲ ਦੀ ਉਹੀ ਫੁੱਲਾਂ ਵਾਲਾ ਗੁਲਦਸਤਾ ਪਰਾਤ ਕੋਲ ਰੱਖ ਆਟਾ ਗੁੰਦੀ ਹੋਈ ਇੱਕ ਵੱਖਰੀ ਲੈਚ ਕੁਝ ਗੁਣਗੁਣਾਈ ਜਾ ਰਹੀ ਸੀ। ਲੋਡੇ ਵੇਲੇ ਮਾਈਏ ਆਉਣਾ ਮਨ ਪਕਾਵਾਂ ਕਣਕ ਦਾ, ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ। ਅਚਾਨਕ ਅੰਦਰ ਆਉਣ ਵੜੇ ਨਾਲ ਦੇ ਨੂੰ ਵੇਖ ਆਖਣ ਲੱਗੀ ਕਿ ਸ਼ੁਕਰ ਏ ਅੱਜ ਇੰਨੇ ਵਰਿਆਂ ਮਗਰੋਂ ਤੈਨੂੰ ਵੀ ਥੋੜੀ ਜਿਹੀ ਮੱਤ ਆਈ।
ਕੋਈ ਮਨਪਸੰਦ ਦੀ ਚੀਜ਼ ਲੈ ਕੇ ਆਇਆ? ਮੇਰੇ ਜੋਗੀ, ਤੈਨੂੰ ਪਤਾ ਹੀ ਏ ਵਿਆਹੀ ਆਈ ਨੂੰ ਕਿੰਨਾ ਮੋਹ ਹੁੰਦਾ ਸੀ ਫੁੱਲ ਬੂਟੇ ਤੇ ਬਾਗ ਬਗੀਚਿਆਂ ਵਾਲੇ ਮਾਹੌਲ ਨਾਲ। ਖੁਸ਼ੀ ਨਾਲ ਪਹਿਲਾਂ ਪਾਉਂਦੀ ਨਾਲ ਦੀ ਨੂੰ ਵੇਖ ਸੋਚਣ ਲੱਗਾ, ਕਾਸ਼ ਇਸ ਕਰਮਾਂ ਵਾਲੇ ਬਾਗ ਦਾ ਕੋਈ ਇੱਕ ਵੀ ਫੁੱਲ 18 ਸਾਲ ਪਹਿਲਾਂ ਕਿਤੇੋਂ ਲੱਭ ਗਿਆ ਹੁੰਦਾ ਤਾਂ ਕਲਾ ਕਲੇਸ਼ ਦੀ ਭੇਟ ਚੜੀਆਂ ਅਨੇਕਾਂ ਘੜੀਆਂ ਸੁਆਹ ਹੋਣੋਂ ਬਚ ਜਾਂਦੀਆਂ। ਕਿਸੇ ਠੀਕ ਹੀ ਆਖਿਆ ਹੈ ਕਿ ਕਲਾ ਕਲੰਦਰ ਵਸੇ, ਘੜਿਓਂ ਪਾਣੀ ਨਸੇ। ਧੰਨਵਾਦ। ਅਗਲੀ ਕਹਾਣੀ। ਪੁਰਾਣੀ ਗੱਲ ਏ, ਬਟਾਲੇ ਕਰਫਿਊ ਲੱਗਿਆ ਹੋਇਆ ਸੀ। ਮੈਂ ਤੇ ਪਿਤਾ ਜੀ ਬਾਹਰ ਪੈਲੀਆਂ 'ਚ ਡੰਗਰਾਂ ਜੋਗੇ ਪੱਠੇ ਵੱਢ ਰਹੇ ਸਾਂ। ਇੱਕ ਹਿੰਦੂ ਵੀਰ ਕੋਲ ਆਇਆ, ਕੁੱਛੜ ਪਿਆਰੀ ਜੀ ਕੁੜੀ ਚੱਕੀ ਹੋਈ ਸੀ। ਆਖਣ ਲੱਗਾ, ਸਰਦਾਰ ਜੀ ਨਿਆਣਿਆਂ ਜੋਗਾ ਗੋਕਾ ਦੁੱਧ ਚਾਹੀਦਾ ਹੈ। ਕਿਸੇ ਆਖਿਆ ਕਿ ਉਹ ਦੂਰ ਜਿਹੜੇ ਸਰਦਾਰ ਹੋਰੀ ਪੱਠੇ ਵੱਢ ਰਹੇ ਨੇ ਉਹਨਾਂ ਕੋਲ 2 ਵਲੈਤੀ ਗਾਵਾਂ ਨੇ। ਆਖਣ ਲੱਗਾ, ਜੀ ਇਹ ਮੇਰੀ ਵੱਡੀ ਧੀ ਏ ਤੇ ਘਰੇ ਪਿਛਲੇ ਹਫ਼ਤੇ ਹੀ ਦੂਜੀ ਨੇ ਜਨਮ ਲਿਆ ਹੈ। ਨਿੱਕੀ ਜਿਹੀ ਲਗਾਤਾਰ ਸਾਡੇ ਵੱਲ ਵੇਖੀ ਜਾ ਰਹੀ ਸੀ। ਨਿਆਣਿਆਂ ਨੂੰ ਹੱਦੋਂ ਵੱਧ ਮੋਹ ਕਰਨ ਵਾਲੇ ਪਿਤਾ ਜੀ ਕੋਲੋਂ ਨਾ ਹੋਈ। ਜਸਵੀਰ ਸ਼ਰਮਾ ਨਾਮ ਦਾ ਉਹ ਸ਼ਖਸ ਉਸ ਦਿਨ ਮਗਰੋਂ ਲਗਾਤਾਰ 2 ਸਾਲ ਸਾਥੋਂ ਦੁੱਧ ਲੈਂਦਾ ਰਿਹਾ। ਫਿਰ ਕੁਝ ਵਰੇ ਮਗਰੋਂ ਅਸੀਂ ਬਟਾਲੇ ਸਟੇਸ਼ਨ ਸ਼ਿਫਟ ਹੋ ਗਏ। ਇੱਕ ਵਾਰ ਜਲੰਧਰ ਪਠਾਨਕੋਟ ਸੈਕਸ਼ਨ ਤੇ ਹੋਏ ਰੇਲ ਹਾਦਸੇ ਕਾਰਨ ਸਾਰੀਆਂ ਗੱਡੀਆਂ ਵਾਇਆ ਅੰਮ੍ਰਿਤਸਰ ਹੋ ਕੇ ਜਾ ਰਹੀਆਂ ਸੀ। ਇਸੇ ਕਾਰਨ ਅੰਮ੍ਰਿਤਸਰ ਨੂੰ ਜਾਣ ਵਾਲੀ ਇੱਕ ਮੁਸਾਫਰ ਗੱਡੀ ਵਾਹਵਾ ਲੇਟ ਹੋ ਗਈ। ਮੁਸਾਫਰ ਯੂਨੀਅਨ ਮੌਕੇ ਦੇ ਸਟੇਸ਼ਨ ਮਾਸਟਰ ਯਾਨੀ ਕਿ ਪਿਤਾ ਜੀ ਦੇ ਦੁਆਲੇ ਹੋ ਗਈ। ਗੱਲ ਨਾਅਰੇਬਾਜ਼ੀ ਤੋਂ ਅੱਗੇ ਵੱਧ ਹੱਥੋਂ ਪਾਈ ਤੱਕ ਜਾ ਆਪੜੀ। ਇੱਕ ਪਾਸੇ ਇੰਨੀ ਵੱਡੀ ਭੀੜ, ਦੂਜੇ ਪਾਸੇ ਇਕੱਲੇ ਪਿਤਾ ਜੀ ਤੇ ਥੋੜਾ ਜਿਹਾ ਰੇਲਵੇ ਦਾ ਸਹਾਇਕ ਸਟਾਫ। ਅਚਾਨਕ ਇੱਕ ਵੀਰ ਭੀੜ ਚੋਂ ਨਿਕਲ ਪਿਤਾ ਜੀ ਅੱਗੇ ਢਾਲ ਬਣ ਖਲੋ ਗਿਆ ਤੇ ਉਹਨੇ ਕੁਝ ਕੁ ਮਿੰਟ ਲਈ ਭੀੜ ਨੂੰ ਅੱਗੇ ਵਧਣ ਤੋਂ ਰੋਕੀ ਰੱਖਿਆ। ਮਗਰੋਂ ਪੁਲਿਸ ਅੱਪੜ ਗਈ ਤੇ ਮਾਮਲਾ ਠੰਡਾ ਹੋ ਗਿਆ। ਢਾਲ ਬਣ ਖੜੋ ਗਿਆ ਇਨਸਾਨ ਕੋਈ ਹੋਰ ਨਹੀਂ ਸਗੋਂ ਕਿੰਨੇ ਵਰੇ ਪਹਿਲਾਂ ਵਾਲਾ ਉਹੀ ਜਸਵੀਰ ਸ਼ਰਮਾ ਸੀ। ਇੰਜੀ ਜਾਣਕਾਰਾਂ ਚੋਂ ਇੱਕ ਬੀਬੀ ਨੇ ਆਪਣੀ ਧੀ ਵੱਡੇ ਘਰ ਵਿਆਹ ਦਿੱਤੀ। ਅਗਲੇ ਅਕਸਰ ਹੀ ਉਹਦੇ ਕੀਤੇ ਕੰਮਾਂ 'ਚ ਨੁਕਸ ਕੱਢਿਆ ਕਰਨ। ਸਾਰੇ ਘਰ 'ਚ ਬਸ ਇੱਕ ਜਠਾਣੀ ਸੀ ਜਿਹੜੀ ਉਹਨੂੰ ਮਾਵਾਂ ਵਾਂਗ ਸਮਝਾਇਆ ਕਰਦੀ। ਉਹਦੀਆਂ ਗਲਤੀਆਂ ਤੇ ਪਰਦੇ ਪਾਉਂਦੀ, ਕਈ ਵਾਰ ਉਹਦੀ ਗਲਤੀ ਵੀ ਆਪਣੇ ਸਿਰ ਲੈ ਲਿਆ ਕਰਦੀ। ਤੇ ਨਵੀਂ ਵਿਆਹੀ ਦੀ ਮਾਂ ਜਦੋਂ ਵੀ ਧੀ ਨੂੰ ਮਿਲਣ ਸਹੁਰੇ ਘਰ ਆਉਂਦੀ ਤਾਂ ਉਸ ਜਠਾਣੀ ਨੂੰ ਲੱਖ ਲੱਖ ਅਸੀਸਾਂ ਦਿਆ ਕਰਦੀ। ਆਖਦੀ, ਬਿਨ ਬਾਪ ਦੀ ਮਲੂਕ ਧੀ ਦੇ ਪਰਦੇ ਕੱਜਦੀਆਂ ਧੀਏ, ਵੇਖੀ ਇੱਕ ਦਿਨ ਵਾਹਿਗੁਰੂ ਤੇਰੇ ਪਰਦੇ ਵੀ ਜ਼ਰੂਰ ਕੱਜੂ। ਕੁਝ ਸਾਲਾਂ ਬਾਅਦ ਉਸੇ ਜਠਾਣੀ ਦੀ ਕਾਲਜ ਜਾਂਦੀ ਵੱਡੀ ਧੀ ਕਿਸੇ ਗੁੰਮਰਾਹ ਕਰ ਆਪਣੇ ਨਾਲ ਤੋਰ ਲਈ। ਬਦਨਾਮੀ ਦੇ ਡਰ ਤੋਂ ਮੁੱਕਦੀ ਜਾਵੇ, ਅਰਦਾਸਾਂ ਕਰੀ ਜਾਵੇ। ਫਿਰ ਇੱਕ ਕਰਾਮਾਤ ਹੋਈ। ਇੱਕ ਅਣਜਾਣ ਦੇਵ ਪੁਰਸ਼ ਧੀ ਨੂੰ ਸਹੀ ਸਲਾਮਤ ਰਾਤੋਂ ਰਾਤ ਘਰੇ ਮੋੜ ਗਿਆ। ਇੱਕ ਅਣਜਾਣ ਦੇਵ ਪੁਰਸ਼ ਧੀ ਨੂੰ ਸਹੀ ਸਲਾਮਤ ਰਾਤੋਂ ਰਾਤ ਘਰੇ ਮੋੜ ਗਿਆ। ਪਿੰਡ ਚੋਂ ਕਿਸੇ ਨੂੰ ਕੰਨੋਂ ਕੰਨ ਖਬਰ ਤੱਕ ਨਾ ਹੋਈ। ਅੱਖੀਂ ਵੇਖੀ ਤੋਂ ਸਿੱਟਾ ਕੱਢਿਆ ਕਿ ਉੱਪਰ ਵਾਲਾ ਭਲਾਈ ਦਾ ਸਿਲਾ ਜ਼ਰੂਰ ਦਿੰਦਾ ਹੈ। ਸੋ ਅਜੋਕੇ ਮਾਹੌਲ 'ਚ ਕੁਝ ਚੁੱਲ੍ਹੇ ਐਸੇ ਵੀ ਹੋਣਗੇ ਜਿਹੜੇ ਸਿਰਫ ਘਰ ਦੇ ਮੁਖੀ ਵੱਲੋਂ ਲਾਈ ਦਿਹਾੜੀ ਮਗਰੋਂ ਹੀ ਧੁਖਣੇ ਸੰਭਵ ਹੁੰਦੇ ਹੋਣੇ ਨੇ। ਕਈ ਮਾਤੜ ਵਿਚਾਰੇ ਤਾਂ ਰੋਜ਼ ਸਵੇਰੇ ਖੂਹ ਪੁੱਟਦੇ ਤੇ ਆਥਣੇ ਉਸੇ ਦਾ ਹੀ ਪਾਣੀ ਪੀਂਦੇ। ਸੋ ਆਓ ਆਪਣੇ ਹਲਕ ਵਿੱਚ ਬੁਰਕੀ ਪਾਉਣ ਤੋਂ ਪਹਿਲਾਂ ਆਸੇ-ਪਾਸੇ ਜ਼ਰੂਰ ਝਾਤੀ ਮਾਰ ਲਈਏ। ਵੈਸੇ ਕੁਦਰਤ ਨੇ ਸਮੇਂ ਦੇ ਰੱਥ ਤੇ ਚੜ੍ਹ ਕੈਸਾ ਚੱਕਰ ਚਲਾਇਆ ਹੈ ਕਿ ਜ਼ਿੰਦਗੀ 'ਚ ਪਹਿਲੀ ਵਾਰ ਐਸੀ ਦੌੜ ਵੇਖੀ ਹੈ ਜਿਸ ਵਿੱਚ ਸਭ ਤੋਂ ਪਿੱਛੇ ਰਹਿਣ ਵਾਲਾ ਹੀ ਜੇਤੂ ਹੋ ਕੇ ਨਿਕਲੇਗਾ। ਧੰਨਵਾਦ। ਅਗਲੀ ਕਹਾਣੀ। ਮੈਂ ਮੋਟਰਸਾਈਕਲ ਹੌਲੀ ਜੀ ਘਰੋਂ ਕੱਢ ਸਟਾਰਟ ਕੀਤੇ ਬਗੈਰ ਹੀ ਰੇੜ ਕੇ ਗਲੀ ਦੇ ਮੋੜ ਤੱਕ ਲੈ ਆਂਦਾ। ਫਿਰ ਉਹਲੇ ਜਿਹੇ ਨਾਲ ਤਾਈ ਹੋਰਾਂ ਦੇ ਘਰ ਵੱਲ ਵੇਖ ਛੇਤੀ ਨਾਲ ਕਿੱਕ ਮਾਰ ਹਵਾ ਹੋ ਗਿਆ। ਤਾਈ ਦੀ ਬੜੀ ਅਜੀਬ ਆਦਤ ਸੀ। ਜਦੋਂ ਵੀ ਮੇਰਾ ਮੋਟਰਸਾਈਕਲ ਸਟਾਰਟ ਹੋਇਆ ਵੇਖਦੀ ਇੱਕਦਮ ਬਾਹਰ ਨਿਕਲ ਕਿੰਨੀਆਂ ਸਾਰੀਆਂ ਵਗਾਰਾਂ ਪਾ ਦਿਆ ਕਰਦੀ। ਵੇ ਪੁੱਤ, ਆ ਬਿਜਲੀ ਦਾ ਬਿੱਲ, ਆ ਪਾਣੀ ਦਾ ਬਿੱਲ, ਆ ਥੋੜੀ ਸਬਜ਼ੀ, ਆ ਤੇਰੇ ਅੰਕਲ ਦੀ ਦਵਾਈ ਵਗੈਰਾ ਵਗੈਰਾ। ਮੈਂ ਅਕਸਰ ਸੋਚਦਾ ਕਿ ਆਪਣਾ ਤੇ ਬਾਹਰ ਘੱਲ ਦਿੱਤਾ ਤੇ ਬਾਕੀ ਦੁਨੀਆ ਨੂੰ ਹੁਣ ਨੌਕਰ ਸਮਝਣ ਲੱਗ ਪਏ ਨੇ। ਇੰਨੀ ਗੱਲ ਸੋਚਦਾ ਜੇ ਪੱਕੀ ਸੜਕ ਤੇ ਚੜ੍ਹਨ ਹੀ ਲੱਗਾ ਸਾਂ ਕਿ ਅੱਗੋਂ ਭਾਰੀ ਜਿਹਾ ਇੱਕ ਝੋਲਾ ਧੂੰਦੀ ਤੁਰੀ ਆਂਦੀ ਤਾਈ ਦਿਸ ਪਈ। ਮੁੜਕੋ ਮੁੜਕੀ
ਹਾਲੋਂ ਬੇਹਾਲ ਮੈਂ ਕੋਲ ਜਾ ਕੇ ਬ੍ਰੇਕ ਮਾਰ ਲਈ। ਆਖਿਆ ਤਾਈ ਜੀ ਰਿਕਸ਼ਾ ਕਰ ਲੈਣਾ ਸੀ, ਇੰਨੀ ਗਰਮੀ ਤੇ ਉੱਤੋਂ ਆਹ ਹਾਲ ਬਣਾਇਆ ਹੋਇਆ। ਚੁੰਨੀ ਦੀ ਨੁੱਕਰ ਨਾਲ ਮੁੜਕਾ ਪੂੰਝਦੀ ਆਖਣ ਲੱਗੀ, ਪੁੱਤ ਪੈਸੇ ਜ਼ਿਆਦਾ ਮੰਗਦਾ ਸੀ, ਇਸੇ ਲਈ ਉਹਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੈਂ ਉਹਦਾ ਝੋਲਾ ਵਿਚਕਾਰ ਰੱਖ ਲਿਆ ਤੇ ਉਹਨੂੰ ਮਗਰ ਬਿਠਾ ਛੇਤੀ ਨਾਲ ਕਿੱਕ ਮਾਰ ਲਈ। ਘਰ ਪਹੁੰਚ ਝੋਲਾ ਅੰਦਰ ਛੱਡਣ ਗਿਆ ਤਾਂ ਕੁਰਸੀ ਤੇ ਬੈਠਾ ਹੋਇਆ ਅੰਕਲ ਜੀ ਸ਼ਾਇਦ ਆਪਣੇ ਮੁੰਡੇ ਨੂੰ ਫੋਨ ਤੇ ਆਖ ਰਿਹਾ ਸੀ ਕਿ ਪੁੱਤ ਸਿਹਤ ਢਿੱਲੀ ਰਹਿੰਦੀ ਹੈ, ਤੇਰੀ ਮਾਂ ਕੋਲੋਂ ਹੁਣ ਕੰਮ ਨਹੀਂ ਹੁੰਦਾ। ਲਾਗੇ ਚਾਗੇ ਗਲੀ ਗੁਆਂਢ ਵੀ ਨਜ਼ਰਾਂ ਮਿਲਾਉਣ ਤੋਂ ਬਚਣ ਲੱਗਾ। ਸਮਝ ਨਹੀਂ ਆਉਂਦੀ ਕੀ ਕੀਤਾ ਜਾਏ। ਮੈਨੂੰ ਅੰਕਲ ਦੀ ਹੁੰਦੀ ਗੱਲਬਾਤ ਸੁਣ ਆਪਣੀ ਸੋਚ ਤੇ ਬੜੀ ਸ਼ਰਮ ਆਈ। ਇਹਨਾਂ ਨੂੰ ਅੰਕਲ ਜੀ ਹੈਲੋ ਹੈਲੋ ਕਰਦੇ ਫੋਨ ਦੇ ਰਿਸੀਵਰ ਵੱਲ ਵੇਖਣ ਲੱਗ ਪਏ। ਸ਼ਾਇਦ ਉਹ ਅੱਗੋਂ ਪੂਰੀ ਗੱਲ ਸੁਣੇ ਬਗੈਰ ਹੀ ਗੱਲ ਕੱਟ ਗਿਆ ਸੀ। ਮੈਨੂੰ ਕੋਲ ਵੇਖ ਉਹਨਾਂ ਕੁਰਸੀ ਦੂਜੇ ਪਾਸੇ ਘੁਮਾ ਲਈ ਤੇ ਗਿੱਲੀਆਂ ਹੋ ਗਈਆਂ ਅੱਖੀਆਂ ਪੂੰਝਣ ਲੱਗ ਪਏ। ਤਾਈ ਨੇ ਇੰਨੀ ਗੱਲ ਆਖਦਿਆਂ ਉਹਨਾਂ ਦੇ ਹੱਥੋਂ ਫੋਨ ਫੜ ਲਿਆ ਕਿ ਕਾਹਨੂੰ ਦਿਲ ਹੌਲਾ ਕਰਦੇ ਹੋ, ਮੈਂ ਹੈਗੀ ਆ ਨਾ, ਖਿੱਚ ਧੂ ਕੇ ਲਿਆ ਦਿਆ ਕਰਾਂਗੀ ਤੁਹਾਡੀ ਦਵਾਈ, ਇੰਨੀ ਹਿੰਮਤ ਹੈ ਅਜੇ ਮੇਰੇ 'ਚ। ਹੁਣ ਮੇਰੇ ਕਾਲਜੇ 'ਚ ਸੱਚਮੁੱਚ ਇੱਕ ਤਿੱਖੀ ਚੀਸ ਜਿਹੀ ਉੱਠੀ। ਅਗਲੇ ਹੀ ਪਲ ਮੈਂ ਤਾਈ ਜੀ ਹੱਥੋਂ ਇੰਨੀ ਗੱਲ ਆਖਦਿਆਂ ਦਵਾਈ ਵਾਲੀ ਪਰਚੀ ਫੜ ਲਈ ਕਿ ਤਾਈ ਜੀ ਮਾਫ ਕਰਿਆ ਜੇ, ਮੈਨੂੰ ਨਹੀਂ ਸੀ ਪਤਾ ਕਿ ਅੰਕਲ ਜੀ ਇੰਨਾ ਬਿਮਾਰ ਰਹਿੰਦੇ ਨੇ। ਕੋਈ ਕੰਮ ਹੋਵੇ ਬਿਨਾਂ ਝਿਜਕ ਅੱਧੀ ਰਾਤ ਆਵਾਜ਼ ਮਾਰ ਲਿਓ, ਜ਼ਰੂਰ ਆਵਾਂਗਾ। ਆਖਣ ਲੱਗੀ, ਵੇ ਪੁੱਤ ਜਦੋਂ ਢਿੱਡੋਂ ਜਨਮੇ ਨੂੰ ਕੋਈ ਪਰਵਾਹ ਨਹੀਂ, ਫਿਰ ਤੂੰ ਕਿਉਂ ਮਾਫੀਆਂ ਮੰਗੀ ਜਾਂਦਾ? ਕਿਉਂਕਿ ਤਾਈ ਜੀ ਤੁਸਾਂ ਮੈਨੂੰ ਵੀ ਤੇ ਹੁਣੇ ਆਪਣਾ ਪੁੱਤ ਆਖਿਆ। ਤਾਈ ਨੇ ਅਗਲੇ ਹੀ ਪਲ ਛੇਤੀ ਨਾਲ ਮੇਰਾ ਮੱਥਾ ਚੁੰਮ ਇਸ ਨਵੇਂ ਰਿਸ਼ਤੇ ਤੇ ਸਦੀਵੀ ਮੋਹਰ ਲਾ ਦਿੱਤੀ। ਧੰਨਵਾਦ।